ਅਸੀਂ MIS ਦਾ ਤੁਸੀਂ ਪੋਰਟਲ ਖੋਲ ਕੇ ਦੇਖੋ, ਮੈਂ ਤੁਹਾਨੂੰ ਸਕੂਲ ਵੈਬਸਾਈਟ ਦੱਸਦਾ epunjabschool.gov.in। ਉਹ ਖੋਲ ਕੇ ਦੇਖੋ, ਉਹਦੇ ਉੱਤੇ ਸਾਰੇ ਸਕੂਲਾਂ ਦੀ, ਜਲੰਧਰ ਦੇ ਸਾਰੇ ਸਕੂਲਾਂ ਦੀ ਜਿੰਨੀ ਵੀ ਫੀਸ ਦਾ ਸਟਰਕਚਰ ਹੈਗਾ ਉਹ ਜ਼ੀਰੋ ਹੈਗਾ। ਕਿਉਂ ਜ਼ੀਰੋ ਹੈਗਾ? ਉੱਤੇ ਕਿਉਂ ਨਹੀਂ ਆਪਣਾ ਲਿਖਿਆ? ਇਹ ਕਹਿੰਦੇ ਅਸੀਂ 800 ਰੁਪਏ ਲੈਂਦੇ, ਕੋਈ ਕਹਿੰਦਾ 1100 ਲੈਂਦਾ। ਟਿਊਸ਼ਨ ਫੀਸ ਉੱਤੇ ਲਿਖੀ ਨਹੀਂ ਹੋਈ। ਹੁਣ ਇਸ ਵੇਲੇ ਸਕੂਲਾਂ ਨੇ ਲਾਮ ਲਾ ਕੇ ਫੀਸ ਲੈਣੀ ਸ਼ੁਰੂ ਕਰ ਦਿੱਤੀ, ਇਕੱਠੀ ਫੀਸ ਲੈਂਦੇ ਆ, ਬ੍ਰੇਕਅਪ ਨਹੀਂ ਦਿੰਦੇ ਸਾਨੂੰ। ਇਲੈਕਟ੍ਰਿਸਿਟੀ ਬ੍ਰੇਕਅਪ ਹੈ, ਮੇਨਟੇਨੈਂਸ ਬ੍ਰੇਕਅਪ ਹੈ, ਰਨਿੰਗ ਬ੍ਰੇਕਅਪ ਹੈ, ਉਹਦੇ ਵਿੱਚ ਟੀਚਰ ਦੀ ਫੀਸ ਅਲਾਊਂਸ ਹੈਗੀ ਹੈ, ਸਾਰਾ ਕੁਝ ਇਕੱਠਾ ਕਰਕੇ ਲਿੱਤਾ ਜਾਂਦਾ ਸਾਡੇ ਕੋਲੋਂ। ਸਰ ਸੋਲੂਸ਼ਨ ਮੈਂ ਤਾਂ ਭਗਤ ਸਿੰਘ ਜੀ ਸੋਚ ਵਾਲਾ ਬੰਦਾ ਹੈਗਾ। ਮੈਂ ਤਾਂ ਇਹੀ ਕਹੂੰਗਾ, ਜਿਹੜਾ ਕਰਪਟ ਆਫਿਸਰ ਉਹਨੂੰ ਚੌਂਕ 'ਚ ਗੋਲੀ ਮਾਰ ਦਿੱਤੀ ਜਾਏ, ਔਰ ਅਗਰ ਕਰਪਸ਼ਨ ਨੂੰ ਖਤਮ ਕਰਾਂਗੇ ਤਾਂ ਸਾਡਾ ਇੰਡੀਆ ਅਮਰੀਕਾ ਤੋਂ ਅੱਗੇ ਲੰਘ ਜਾਊਗਾ। ਅਮਰੀਕਾ ਨੂੰ ਚਲਾਉਣ ਵਾਲੇ ਇਸ ਵੇਲੇ ਇੰਡੀਆ ਹੀ ਚਲਾ ਰਿਹਾ, ਇੰਡੀਅਨ ਮਾਈਂਡਸ ਹੀ ਉੱਥੇ ਅਮਰੀਕਾ ਨੂੰ ਚਲਾ ਰਹੇ ਆ, ਔਰ ਅਸੀਂ ਇੰਡੀਆ ਨੂੰ ਅਮਰੀਕਾ ਬਣਾ ਸਕਦੇ ਹਾਂ। ਇੱਕ ਬੜਾ ਵਧੀਆ ਇੱਕ ਸਾਡੇ ਇੰਡੀਆ ਉੱਤੇ ਜੋਕ ਕੱਸਿਆ ਜਾਂਦਾ ਹੈ, ਯੂ ਕੀਪ ਰਿਜ਼ਰਵ ਆਈ ਵਿਲ ਕੀਪ ਡਿਜ਼ਰਵ। ਇਹ ਅਮਰੀਕਾ ਨੇ ਦਿੱਤਾ ਹੋਇਆ ਨਾਰਾ ਹੈਗਾ, ਯੂ ਕੀਪ ਰਿਜ਼ਰਵ ਆਈ ਵਿਲ ਕੀਪ ਡਿਜ਼ਰਵ। ਉਹ ਡਿਜ਼ਰਵਿੰਗ ਕੈਂਡੀਡੇਟ ਉੱਥੇ ਰਹਿੰਦੇ ਆ, ਇੱਥੇ ਸਿਰਫ ਰਿਜ਼ਰਵੇਸ਼ਨ ਦੇ ਨਾਮ ਤੇ ਵੋਟਾਂ ਕੱਟੀਆਂ ਕੀਤੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਨੋਟੀਫਾਈਡ ਫੀਸ ਉਹ ਹੁੰਦੀ ਹੈ ਜਿਹੜੀ ਕਿ ਸਕੂਲ ਜਿਹੜੇ ਹੈਗੇ ਆ ਸਰਕਾਰਾਂ ਨੂੰ ਦੱਸਦੀਆਂ ਕਿ ਅਸੀਂ ਇੰਨੀ ਫੀਸ ਲੈਂਦੇ ਹਾਂ, ਔਰ ਅਗਰ ਨੋਟੀਫਾਈਡ ਫੀਸ ਸਰਕਾਰਾਂ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕੀਤੀ ਜਾਏ ਤਾਂ ਉਹ ਜ਼ੀਰੋ ਲਿਖੀ ਹੋਈ ਹੈ, ਜੋ ਉੱਥੇ ਕੁਛ ਨਹੀਂ ਲਿਖਿਆ, ਨਿਲ ਲੱਗੀ ਹੈ ਉਹ। ਸੋ ਸਾਡੇ ਮੁਤਾਬਕ ਤਾਂ ਫੀਸ ਬਣਦੀ ਹੀ ਨਹੀਂ ਬਿਲਕੁਲ ਵੀ। ਸਕੂਲ ਵਾਲੇ ਇਹ ਵੀ ਕਹਿ ਰਹੇ ਕਿ ਜੋ ਤੁਸੀਂ ਜਿਹੜੇ ਪੇਰੈਂਟਸ ਫੀਸਾਂ ਨਹੀਂ ਦੇ ਪਾ ਰਹੇ ਉਹ ਕਿਸ਼ਤਾਂ ਵਿੱਚ ਦੇ ਦੇਣ, ਜਾਂ ਕਿੱਦਾਂ, ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਵਿੱਚ ਕੋਈ ਫालतू ਫੀਸ ਲਗਾਈ ਜਾ ਰਹੀ ਹੈ ਜਾਂ ਜਾਇਜ਼ ਸੀ ਫੀਸ ਮੰਗ ਰਹੇ? ਸਰ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਨੋ ਪ੍ਰੋਫਿਟੇਰਿੰਗ, ਨਫਾਖੋਰੀ ਨਾ ਕੀਤੀ ਜਾਵੇ। ਜੋ ਇਸ ਵੇਲੇ ਦੁੱਖ ਦਰਦ ਔਰ ਜੋ ਸਮਾਜਿਕ ਹਾਲਾਤ ਹੈਗੇ ਆ ਉਹਨਾਂ ਨੂੰ ਦੇਖਦੇ ਹੋਏ ਉਹਦੇ ਮੁਤਾਬਕ ਸਕੂਲ ਵਾਲੇ ਕੋਆਪਰੇਟ ਕਰਨ। ਮੇਰੇ ਸਕੂਲ ਦੇ ਪ੍ਰਿੰਸੀਪਲ ਨਾਲ ਬਹਿਸ ਹੋਈ, ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਕਹਿੰਦੇ ਹੋ ਅਸੀਂ ਪੂਰੀ ਫੀਸ ਲੈਣੀ ਹੈ। ਅਸੀਂ ਉਹਨਾਂ ਨੂੰ ਕਿਹਾ ਤੁਹਾਡੇ ਸਕੂਲ ਦੀ ਕਿੰਨੀ ਫੀਸ ਬਣਦੀ ਦੱਸੋ। ਉਹ ਕਹਿੰਦੇ ਅਸੀਂ ਸਕੂਲ ਦਾ ਸਟਾਫ ਨੂੰ ਤਨਖਾਹ ਦੇਣੀ ਹੈ। ਅਸੀਂ ਕਿਹਾ ਦੱਸੋ ਕਿੰਨੀ ਤਨਖਾਹ ਹੈ। ਮੈਂ ਕਿਹਾ ਕਿੰਨੀ ਤਨਖਾਹ ਬਣਦੀ ਤੁਹਾਡੇ ਟੋਟਲ ਸਕੂਲ ਦੀ? ਜਵਾਬ ਨਹੀਂ ਉਹਨਾਂ ਕੋਲ ਕੋਈ। ਕਹਿੰਦੇ ਅਸੀਂ ਤੁਹਾਨੂੰ ਜਵਾਬ ਕਿਉਂ ਦਈਏ? ਮੈਂ ਕਿਹਾ ਜਵਾਬ ਦਿਓ, ਅਸੀਂ ਫੀਸ ਦੇਣੀ ਹੈ, ਜਵਾਬ ਲੈਣਾ ਬਣਦਾ ਹੈ। ਮੈਂ ਕਿਹਾ ਟੋਟਲ ਫੀਸ ਡਿਵਾਈਡ ਬਾਈ ਨੰਬਰ ਆਫ ਸਟੂਡੈਂਟ ਕਰ ਦਿਓ। ਉਹ ਜਾ ਕੇ ਬਣਦੀ 1000 ਰੁਪਏ, ਜਿੱਥੇ 4-4 3-3 ਰੁਪਏ ਮੰਗਦੇ ਆ। ਇੰਨੀ ਵੱਡੀ ਨਫਾਖੋਰੀ ਵਿੱਚ ਹੈਗੀ ਹੈ। ਸਰ ਜੇ ਗੱਲ ਕੀਤੀ ਜਾਵੇ ਸਕੂਲ ਵਾਲੇ ਜਿੰਨੀ ਫੀਸ ਵਸੂਲ ਰਹੇ ਆ, ਕਿ ਉਹ ਨਾਲੋਂ ਨਾਲ ਕਿਸੇ ਪੋਰਟਲ ਤੇ, ਸਰਕਾਰੀ ਪੋਰਟਲ ਤੇ ਅਪਡੇਟ ਕੀਤੀ ਜਾ ਰਹੀ ਹੈ? ਨਹੀਂ, ਇਹ ਸਕੂਲ ਦੀ ਜਿਹੜੀ ਫੀਸਾਂ ਹੈਗੀਆਂ ਸਾਰੀਆਂ ਲਿੱਤੀਆਂ ਜਾਂਦੀਆਂ ਔਰ ਘੁਮਾ ਫਿਰਾ ਕੇ ਆਪਣੀ ਜੇਬਾਂ 'ਚ ਪਾਈਆਂ ਜਾਂਦੀਆਂ, ਜਿਹਦੇ ਉੱਤੇ ਨਾ ਇਨਕਮ ਟੈਕਸ ਹੈ। ਸੁਸਾਇਟੀ ਦੇ ਨਾਮ ਦੇ ਉੱਤੇ ਲੁੱਟ ਖਸੁੱਟ ਕੀਤੀ ਜਾਂਦੀ ਹੈ, ਸਰਕਾਰਾਂ ਨੂੰ ਪੈਸਾ ਪਹੁੰਚਾਇਆ ਜਾਂਦਾ। ਸਰਕਾਰਾਂ ਤਾਂ ਹੀ ਇਹਦੇ ਨਾਲ ਮਿਲੀਆਂ ਹੋਈਆਂ। ਇਲੈਕਸ਼ਨ ਫੰਡ ਐਵੇਂ ਨਹੀਂ ਇਕੱਠੇ ਹੁੰਦੇ ਆ, ਸਾਰੇ ਇਲੈਕਸ਼ਨ ਫੰਡ ਦਾ ਕੰਮ ਕਰਦੇ ਆ, ਔਰ ਤਾਂ ਹੀ ਸਰਕਾਰਾਂ ਚੁੱਪ ਕਰਕੇ ਬੈਠੀਆਂ। ਅੱਜ ਇੱਕ CBSE ਦੀ ਰੂਲਿੰਗ ਦੇ ਅਕੋਰਡਿੰਗ ਜਦੋਂ ਐਫੀਲੀਏਸ਼ਨ ਲੈਣੀ ਹੁੰਦੀ ਆ, ਇੱਕ ਪ੍ਰੋਵੀਜ਼ਨ ਰੱਖੀ ਜਾਂਦੀ ਹੈ ਰਿਜ਼ਰਵ ਫੰਡ ਦੀ। ਹਰ ਸਕੂਲ ਨੂੰ ਅਕੋਰਡਿੰਗ ਟੂ ਸਟੂਡੈਂਟ ਸਟਰੈਂਥ, ਟੀਚਰ ਦੀ ਸਟਰੈਂਥ, ਟੀਚਰ ਦੀ ਕਿੰਨੀਆਂ ਸੈਲਰੀ ਨੇ, ਉਹ ਸਾਰੇ ਨੂੰ ਕੈਲਕੂਲੇਟ ਕਰਕੇ 6 ਮਹੀਨੇ ਦੀਆਂ ਟੀਚਰ ਦੀਆਂ ਸੈਲਰੀਆਂ ਰਿਜ਼ਰਵ ਰੱਖ ਕੇ ਉਹ ਪੰਜਾਬ ਸਰਕਾਰ ਕੋਲੇ, ਪੰਜਾਬ ਐਜੂਕੇਸ਼ਨ ਬੋਰਡ ਕੋਲੇ ਐਜ਼ ਏ ਡਰਾਫਟ ਪੈਸੇ ਜਮ੍ਹਾਂ ਕਰਨੇ ਪੈਂਦੇ ਨੇ। ਅੱਜ ਕਰੋੜਾਂ ਨਹੀਂ ਅਰਬਾਂ ਰੁਪਏ ਦਾ ਰਿਜ਼ਰਵ ਫੰਡ ਪ੍ਰਾਈਵੇਟ ਸਕੂਲਾਂ ਦਾ ਪਿਆ ਹੈ। ਅਸੀਂ ਪ੍ਰਾਈਵੇਟ ਸਕੂਲਾਂ ਦੇ ਨਾਲ 'ਤੇ ਖੜੇ ਆ। ਜਦੋਂ ਹਾਈ ਕੋਰਟ 'ਚ ਕੇਸ ਸਟਾਰਟ ਹੋਇਆ ਉਦੋਂ ਵੀ ਅਸੀਂ ਇਹ ਗੱਲ ਕਹੀ ਹੈ ਕਿ ਜਿਹੜਾ ਰਿਜ਼ਰਵ ਫੰਡ ਪਿਆ ਸਕੂਲਾਂ ਦਾ, ਪ੍ਰਾਈਵੇਟ ਸਕੂਲਾਂ ਦਾ, ਉਹ ਪ੍ਰਾਈਵੇਟ ਸਕੂਲਾਂ ਨੂੰ ਰਿਲੀਜ਼ ਕਰ ਦਿੱਤਾ ਜਾਣਾ, ਪੰਜਾਬ ਸਰਕਾਰ ਵੱਲੋਂ ਰਿਲੀਜ਼ ਕੀਤਾ ਜਾਣਾ ਚਾਹੀਦਾ। ਕਿ ਜਿਹੜੀ ਪ੍ਰਾਈਵੇਟ ਸਕੂਲ ਕਹਿੰਦੇ ਸਾਨੂੰ ਟੀਚਰਸ ਦੀਆਂ ਸੈਲਰੀ ਦੇਣ 'ਚ ਦਿੱਕਤ ਆ ਰਹੀ ਹੈ, ਉਹ ਰਿਜ਼ਰਵ ਫੰਡ 'ਚੋਂ ਦੇ ਦਿਓ। ਪੈਸਾ ਤਾਂ ਪੇਰੈਂਟਸ ਦਾ ਹੀ ਆ। ਉਹ ਪੇਰੈਂਟਸ, ਹਾਂ, ਦੇਖਿਆ ਜਾਵੇ ਲਾਸਟ ਟਾਈਮ ਜਦੋਂ ਦਾ ਕਰੋਨਾ ਸ਼ੁਰੂ ਹੋਇਆ ਵਾ, ਇਸ ਵਿੱਚ ਸਿਰਫ ਪੇਰੈਂਟਸ ਹੀ ਨਹੀਂ ਟੀਚਰ ਵੀ ਪਿਸ ਰਹੇ ਆ। ਔਰ ਟੀਚਰਸ ਦੀ ਸ਼ਿਕਾਇਤ ਸੀ ਕਿ ਸਾਨੂੰ ਸੈਲਰੀ ਨਹੀਂ ਮਿਲ ਰਹੀ, ਜੇ ਮਿਲ ਰਹੀ ਹੈ ਤਾਂ ਕਟੌਤੀ ਕਰਕੇ ਮਿਲ ਰਹੀ ਹੈ। ਔਰ ਟੀਚਰਸ ਦੀ ਦੇਖਿਆ ਜਾਵੇ ਤਾਂ ਥੋੜਾ ਗੁੱਸੇ ਵਾਲਾ ਰਵੱਈਆ ਪੇਰੈਂਟਸ ਦੇ ਪ੍ਰਤੀ ਸੀਗਾ ਕਿ ਪੇਰੈਂਟਸ ਫੀਸਾਂ ਦਊਗੇ ਤਾਂ ਹੀ ਤੁਹਾਨੂੰ ਸੈਲਰੀ ਮਿਲੂਗੀ। ਤੁਹਾਡਾ ਕਹਿਣ ਦਾ ਮਤਲਬ ਜੇ ਇਹਨਾਂ ਕੋਲ ਫੰਡਸ ਪਏ ਆ ਪਹਿਲੋਂ ਦੇ, ਤਾਂ ਫਿਰ ਇਹ ਪੇਰੈਂਟਸ ਕੋਲ ਫੀਸਾਂ ਨਾ ਵੀ ਆਉਂਦੀਆਂ ਤਾਂ ਵੀ ਟੀਚਰਸ ਨੂੰ ਸੈਲਰੀ ਦਿੱਤੀ ਜਾ ਸਕਦੀ ਸੀ। ਬਿਲਕੁਲ ਦਿੱਤੀ ਜਾ ਸਕਦੀ ਜੀ। ਈਵਨ ਮੇਰੇ ਕੋਲੇ ਬਹੁਤ ਸਾਰੇ ਸਕੂਲਾਂ ਦੀ ਬੈਲੈਂਸ ਸ਼ੀਟਸ ਪਈਆਂ ਨੇ ਜਿਨ੍ਹਾਂ ਕੋਲੇ 2-2 ਕਰੋੜ 3-3 ਕਰੋੜ ਰੁਪਏ ਸਰਪਲਸ ਪਿਆ ਹੈ। ਬੈਲੈਂਸ ਸ਼ੀਟ ਦੇ ਵਿੱਚ ਖਰਚੇ ਕੱਢ ਕੇ 2-2 3-3 ਕਰੋੜ ਰੁਪਏ ਸਰਪਲਸ ਪਿਆ ਹੈ। ਅਸੀਂ ਰਿਜ਼ਰਵ ਫੰਡ ਦੀ ਗੱਲ ਕੀਤੀ ਕਿ ਰਿਜ਼ਰਵ ਫੰਡ ਤੋਂ ਸੈਲਰੀ ਦੇ ਦਿਓ। ਹੁਣ ਅਸੀਂ ਤਾਂ ਐਜ਼ ਐਨ ਐਸੋਸੀਏਸ਼ਨ ਪ੍ਰਧਾਨ ਹੋਣ ਦੇ ਨਾਤੇ, ਹੋਰ ਸਾਡੇ ਜਿਹੜੇ ਟੀਮ ਮੈਂਬਰਸ ਨੇ, ਅਸੀਂ ਤਾਂ ਅੱਜ ਪ੍ਰਾਈਵੇਟ ਸਕੂਲਾਂ ਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਸਕੂਲ ਦੇ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ ਜਾਂ ਹੋਰ ਜਿਹੜਾ ਸਟਾਫ ਆ ਉਹਦਾ ਇੱਕ ਬਿਊਰਾ ਬਣਾ ਕੇ ਸਾਨੂੰ ਦੇ ਦਿਓ ਕਿ ਸਾਡਾ ਇੰਨਾ ਖਰਚਾ ਜੀ, ਸਾਡਾ 1 ਕਰੋੜ ਰੁਪਏ ਦਾ ਖਰਚਾ ਹੈ, ਅਸੀਂ ਡਿਵਾਈਡਡ ਬਾਈ ਸਟੂਡੈਂਟਸ ਕਰਕੇ ਉਹਨਾਂ ਨੂੰ ਪੇ ਕਰ ਦਿੰਦੇ ਆ ਜੀ। ਕਿਹੜੀ ਤਕਲੀਫ ਹੈ ਉਹਨਾਂ ਨੂੰ? ਦੈਟ ਮੀਨਸ ਇਹ ਮੁਨਾਫਾ ਕਮਾਉਣਾ ਚਾਹੁੰਦੇ ਆ। ਸਕੂਲਾਂ ਦੀ ਧੱਕੇਸ਼ਾਹੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸਕੂਲਾਂ ਦੀ ਧੱਕੇਸ਼ਾਹੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸਕੂਲ ਮਾਫੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਕੂਲ ਮਾਫੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਕੂਲ ਮਾਫੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ।
ਧੱਕੇਸ਼ਾਹੀ ਨਹੀਂ ਚਲੇਗੀ, ਧੱਕੇਸ਼ਾਹੀ ਨਹੀਂ ਚਲੇਗੀ, ਧੱਕੇਸ਼ਾਹੀ ਨਹੀਂ ਚਲੇਗੀ, ਗੁੰਡਾਗਰਦੀ ਬੰਦ ਕਰੋ, ਗੁੰਡਾਗਰਦੀ ਨਹੀਂ ਚਲੇਗੀ, ਗੁੰਡਾਗਰਦੀ ਨਹੀਂ ਚਲੇਗੀ। ਬੱਚਿਆਂ ਨੂੰ ਸਾਡੇ ਤੇ ਕੋਈ ਹੋ ਨਹੀਂ। ਜੇ ਅਸੀਂ 1 ਸਾਲ ਬਿਠਾ ਸਕਦੇ ਹਾਂ, ਅਸੀਂ 2 ਸਾਲ ਹੋਰ ਬੱਚੇ ਬਿਠਾ ਸਕਦੇ ਹਾਂ ਘਰ। ਅਸੀਂ ਫੀਸਾਂ ਨਹੀਂ ਦੇਣੀਆਂ ਤਾਂ ਨਹੀਂ ਦੇਣੀਆਂ। ਦੇਖ ਸਕਦੇ ਹੋ ਕਿ ਦੇਖੋ ਮਾਂ-ਬਾਪ ਦਿਖਾ ਰਹੇ ਨੇ ਕਿ ਬੱਚੇ ਨੂੰ ਉਹਨਾਂ ਦੇ ਗਰੁੱਪ ਦੇ ਵਿੱਚੋਂ ਰਿਮੂਵ ਕੀਤਾ ਜਾ ਰਿਹਾ ਹੈ। ਸਰ ਗਰੁੱਪ ਦੇ ਰਿਮੂਵ ਕੀ ਦਿੱਤੇ ਗਏ, ਕਲਾਸ ਦੇ ਸੈਕਸ਼ਨ ਚੇਂਜ ਕੀਤੇ ਗਏ ਹੈ। ਸਵਾਲ ਖੜੇ ਹੋ ਰਹੇ ਨੇ ਕਿ ਗਰੁੱਪ ਦੇ ਵਿੱਚੋਂ ਬੱਚਿਆਂ ਨੂੰ ਰਿਮੂਵ ਕੀਤਾ ਜਾ ਰਿਹਾ। ਇਹ ਥੋੜਾ ਮਰਨ ਨਾਲੋਂ ਇੱਕੋ ਵਾਰ ਮਰਨਾ ਚੰਗਾ ਆ। ਸੋ ਕਿਤੇ ਨਾ ਕਿਤੇ ਸਕੂਲ ਐਸੋਸੀਏਸ਼ਨ ਜਿਹੜੀ ਆ ਆਪਣੇ ਆਪ ਨੂੰ ਇਉਂ ਨਹੀਂ ਲੱਗਦਾ ਕਿ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਉੱਪਰ ਸੁਪਰੀਮ ਪਾਵਰ ਮੰਨ ਲਈ। ਤੋਂ ਤੁਸੀਂ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਇਹ ਨਹੀਂ ਮੰਨਦੇ ਕਿ ਅਸੀਂ ਸੁਪਰੀਮ ਪਾਵਰ ਆ। ਮਾਫੀਆ ਮੁਰਦਾਬਾਦ, ਸਕੂਲ ਮਾਫੀਆ ਮੁਰਦਾਬਾਦ। ਅਗਰ ਸੇ ਤੇਰੀ ਸੋਚ ਤੇ ਅਗਰ ਸੇ ਤੇਰੀ ਸੋਚ ਤੇ ਅਗਰ ਸੇ ਤੇਰੀ ਸੋਚ ਤੇ ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਸਿੱਖਿਆ ਨੂੰ ਫ੍ਰੀ ਕਰੋ। ਅੱਜ ਕੈਪਟਨ ਸਰਕਾਰ ਨੂੰ ਮੈਂ ਇੱਥੋਂ ਮੈਸੇਜ ਦੇਣਾ ਚਾਹੁੰਦਾ ਇਸ ਰੈਲੀ ਤੋਂ ਬਾਅਦ ਕਿ ਐਦਾਂ ਲੱਗਦਾ ਪ੍ਰਾਈਵੇਟ ਸਕੂਲ ਤਾਂ ਇੱਕ ਪੈਰਲਲ ਸਰਕਾਰ ਚਲਾ ਰਹੇ ਨੇ, ਕੋਈ ਸਰਕਾਰ ਦਾ ਕੰਟਰੋਲ ਹੀ ਨਹੀਂ ਹੈਗਾ। ਸਿੱਖਿਆ ਮੰਤਰੀ ਬਿਆਨ ਦਿੰਦਾ 31 ਮਾਰਚ ਤੱਕ ਸਕੂਲ ਬੰਦ ਨੇ। ਹੁਣ ਸਕੂਲ ਖੋਲ੍ਹਣ ਲਈ ਧਰਨੇ ਲਵਾਏ ਜਾ ਰਹੇ ਨੇ। ਟੀਚਰਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਫੋਰਸ ਕੀਤਾ ਜਾ ਰਿਹਾ। ਉਹਨਾਂ ਨੂੰ ਇਹ ਕਿਹਾ ਜਾ ਰਿਹਾ ਤੁਹਾਡੀਆਂ ਨੌਕਰੀਆਂ ਕੱਢ ਦੇਣੀ, ਤੁਹਾਨੂੰ ਨੌਕਰੀ ਤੋਂ ਕੱਢ ਦਿਆਂਗੇ। ਇਹ ਮਤਲਬ ਅੰਡਰ ਦੀ ਕਵਰ ਇਹ ਚੀਜ਼ਾਂ ਨਹੀਂ ਹੈ ਜਿਹੜੀਆਂ ਪੇਰੈਂਟ ਟੀਚਰਸ ਵੀ ਪਰੇਸ਼ਾਨ ਨੇ। ਔਰ ਉਹੀ ਗੱਲ ਕਰ ਰਹੇ ਵੀ ਇਹ ਪੈਰਲਲ ਸਰਕਾਰ ਚਲਾ ਰਹੇ ਨੇ। ਮੈਨੂੰ ਤਾਂ ਇਹਨਾਂ ਲੱਗ ਰਿਹਾ ਜੀ। ਮੈਨੂੰ ਮਜਬੂਰ ਨਾ ਕਰਿਓ। ਮਜਬੂਰ ਕਰਦੇ ਪਏ ਆ ਸਾਰੇ। ਮਜਬੂਰ ਕਿਉਂ ਕਰਦੇ ਪਏ ਆ? ਦੇਖ ਸਕਦੇ ਹੋ ਕਿ ਦੇਖੋ ਮਾਂ-ਬਾਪ ਦਿਖਾ ਰਹੇ ਨੇ ਕਿ ਬੱਚੇ ਨੂੰ ਉਹਨਾਂ ਦੇ ਗਰੁੱਪ ਦੇ ਵਿੱਚੋਂ ਰਿਮੂਵ ਕੀਤਾ ਜਾ ਰਿਹਾ ਹੈ। ਸਰ ਗਰੁੱਪ ਦੇ ਰਿਮੂਵ ਕੀ ਦਿੱਤੇ ਗਏ, ਕਲਾਸ ਦੇ ਸੈਕਸ਼ਨ ਚੇਂਜ ਕੀਤੇ ਗਏ ਹੈ। ਸਵਾਲ ਖੜੇ ਹੋ ਰਹੇ ਨੇ ਕਿ ਗਰੁੱਪ ਦੇ ਵਿੱਚੋਂ ਬੱਚਿਆਂ ਨੂੰ ਰਿਮੂਵ ਕੀਤਾ ਜਾ ਰਿਹਾ। ਇਹ ਥੋੜਾ ਮਰਨ ਨਾਲੋਂ ਇੱਕੋ ਵਾਰ ਮਰਨਾ ਚੰਗਾ ਆ। ਐਨੂਅਲ ਚਾਰਜ ਦੇ ਵਿੱਚ ਕੁਝ ਨਹੀਂ ਸ਼ਾਮਿਲ, ਸਿਰਫ ਇੱਕ ਤਰ੍ਹਾਂ ਦੀ ਇਹਨਾਂ ਨੇ ਕਿਹਾ ਹੋਇਆ ਜੀ ਇੱਕ ਵਾਰੀ ਅਸੀਂ ਬੱਚਾ ਰਜਿਸਟਰ ਕਰਾਤਾ, ਇੱਕ ਰਜਿਸਟ੍ਰੇਸ਼ਨ ਨੰਬਰ ਮਿਲਦਾ ਬੱਚੇ ਨੂੰ। ਹਰ ਵਾਰੀ ਕੋਈ ਨਵਾਂ ਰਜਿਸਟ੍ਰੇਸ਼ਨ ਨੰਬਰ ਅਲਾਟ ਨਹੀਂ ਕੀਤਾ ਜਾਂਦਾ ਸਰਕਾਰੀ ਤੌਰ ਤੇ। ਇੱਕ ਕਾਨੂੰਨ ਹੈ ਕਿ 10ਵੀਂ ਦਾ ਕੋਈ ਚੱਲੂਗਾ, ਉਹ ਜਿਹੜਾ ਕਿ ਉਹੀ ਸਾਡਾ ਚੱਲਦਾ ਹੈ। ਬਟ ਇਹ ਹਰ ਵਾਰੀ ਉਹ ਰਜਿਸਟ੍ਰੇਸ਼ਨ ਫੀਸ ਦੇ ਨਾਮ ਦੇ ਉੱਤੇ ਬਾਰ-ਬਾਰ ਪੈਸੇ ਇਕੱਠੇ ਕਰਨ ਦਾ ਇੱਕ ਬਹਾਨਾ ਲੱਭਿਆ ਹੋਇਆ। ਸਕੂਲਾਂ ਨੇ ਬਦਮਾਸ਼ੀ ਕੀਤੀ ਹੋਈ ਹੈ। ਫ੍ਰੀ ਕਰੋ, ਫ੍ਰੀ ਕਰੋ, ਫ੍ਰੀ ਕਰੋ। ਸਕੂਲ ਮਾਫੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਭਾਈ ਇੱਕ ਮਿੰਟ ਜਰਾ। ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਧੱਕੇਸ਼ਾਹੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਗੁੰਡਾਗਰਦੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਧੱਕੇਸ਼ਾਹੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਗੁੰਡਾਗਰਦੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸਿੱਖਿਆ ਦਾ ਵਪਾਰ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸਿੱਖਿਆ ਦਾ ਵਪਾਰ ਬੰਦ ਕਰੋ, ਬੰਦ ਕਰੋ, ਬੰਦ ਕਰੋ। ਪ੍ਰਾਈਵੇਟ ਸਕੂਲ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਅੱਜ ਮੈਂ ਸਵੇਰੇ ਪਹਿਲੇ ਟਾਈਮ ਇੱਕ ਲੈਟਰ ਅੱਜ ਡੀਓ ਆਫਿਸ ਲੁਧਿਆਣਾ ਨੂੰ ਦੇ ਕੇ ਆਇਆ ਜੀ। ਔਰ ਉਹਨਾਂ ਨੂੰ ਕਹਿ ਕੇ ਆਇਆ ਕਿ ਜੀ ਇਹ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਉਹਦੇ ਲਈ ਤੁਸੀਂ ਸਪੈਸ਼ਲੀ ਇੱਕ ਗਾਈਡਲਾਈਨਸ ਰਿਟਨ 'ਚ ਇਸ਼ੂ ਕਰੋ, ਸਖਤ ਗਾਈਡਲਾਈਨਸ ਦਿਓ ਕਿ ਜਿਹੜੇ ਵੀ ਸਕੂਲ ਇਸ ਚੀਜ਼ ਨੂੰ ਨਹੀਂ ਮੰਨਣਗੇ ਉਹਨਾਂ ਦੀ ਐਫੀਲੀਏਸ਼ਨ ਰੱਦ ਕਰਨ ਲਈ ਅਸੀਂ ਸਿਫਾਰਿਸ਼ ਕਰਾਂਗੇ। ਸੋ ਬਿਲਕੁਲ ਜੀ ਅਸੀਂ ਇੱਥੇ ਦੇਖਦੇ ਹਾਂ ਕਿ ਭਗਵੰਤ ਜੀ ਨੇ ਬੜੇ ਆ ਕਲੈਰਿਟੀ ਕੀਤੀ ਆ। ਤੇ ਹੁਣ ਮੇਰੇ ਖਿਆਲ ਮਾਂ-ਬਾਪ ਅਗਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਜਾਣਾ ਚਾਹੁੰਦੇ ਨੇ। ਧੱਕਾ ਆ ਐਨੂਅਲ ਫੰਡ, ਬਿਲਡਿੰਗ ਫੰਡ, ਉਹ ਚੀਜ਼ਾਂ ਦਾ ਸਾਡਾ ਧੱਕਾ ਬੰਦ ਕੀਤਾ ਜਾਵੇ, ਸਾਡਾ ਸਾਥ ਦਿੱਤਾ ਜਾਵੇ। ਸੋ ਬਿਲਕੁਲ ਜੀ ਮੈਂ ਗੱਲ ਕਰਨਾ ਚਾਹਾਂਗਾ ਕਿ ਇੱਥੇ ਜਿਹੜੀ ਪੰਜਾਬ ਲੈਵਲ ਤੋਂ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ, ਸਾਂਝਾ ਪੰਜਾਬ ਸਾਂਝੀ ਮੰਚ ਦੇ ਪ੍ਰਧਾਨ ਸਾਹਿਬ ਵੀ ਇੱਥੇ ਪਹੁੰਚ ਚੁੱਕੇ ਨੇ, ਲੁਧਿਆਣੇ ਤੋਂ ਆਏ ਨੇ, ਪੰਜਾਬ ਨੂੰ ਲੀਡ ਕਰ ਰਹੇ ਨੇ ਕਿਤੇ ਨਾ ਕਿਤੇ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮਾਪਿਆਂ ਨਾਲ ਧੱਕਾ ਹੋ ਰਿਹਾ। ਜਲੰਧਰ ਦੇ ਵਿੱਚ ਵੱਡੇ ਲੈਵਲ ਤੇ ਮਾਪਿਆਂ ਨੇ ਰੋਸ ਕੀਤਾ। ਸੋ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਹੋਇਆ ਉਹਨੂੰ ਤਰੋੜ ਮਰੋੜ ਕੇ ਪੇਸ਼ ਕਰਕੇ ਮਾਪਿਆਂ ਕੋਲ ਫੀਸ ਵਸੂਲੀ ਜਾ ਰਹੀ ਆ। ਕੀ ਇਹ ਜਾਇਜ਼ ਹੈ? ਦੇਖੋ ਕਮਲਦੀਪ ਜੀ, ਮੈਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਜੀ। ਤੇ ਦੇਖੋ ਜਿਹੜਾ ਧੱਕਾ ਦੀ ਗੱਲ ਤੁਸੀਂ ਕਰਦੇ ਹੋ ਜੀ, ਮੈਂ ਉਹੀ ਗੱਲ ਕਰ ਰਿਹਾ ਕਿ ਸਕੂਲ ਐਸੋਸੀਏਸ਼ਨ ਪਹਿਲਾਂ ਤਾਂ ਪੰਜਾਬ ਗਵਰਨਮੈਂਟ ਦੇ ਫੈਸਲੇ ਦੇ ਕੇ ਹਾਈ ਕੋਰਟ ਜਾਂਦੇ ਨੇ। ਹਾਈ ਕੋਰਟ ਇੱਕ ਫੈਸਲਾ ਦਿੰਦਾ ਹੈ, ਅੰਤਰਿਮ ਆਰਡਰ ਆਉਂਦਾ ਕਿ ਸਿਰਫ ਤੇ ਸਿਰਫ ਟਿਊਸ਼ਨ ਫੀਸ ਲੈਣੀ ਹੈ। ਔਰ ਖੁਦ ਐਸੋਸੀਏਸ਼ਨ ਪ੍ਰਾਈਵੇਟ ਸਕੂਲ ਦੀ ਐਸੋਸੀਏਸ਼ਨ ਜਾਂਦੀ ਹੈ ਹਾਈ ਕੋਰਟ, ਔਰ ਹਾਈ ਕੋਰਟ ਦੇ ਫੈਸਲੇ ਨੂੰ ਮੰਨਣ ਨੂੰ ਫਿਰ ਤਿਆਰ ਨਹੀਂ। ਫਿਰ ਉਹਦੇ ਖਿਲਾਫ ਸਟੇ ਲੈਣ ਲਈ ਸੁਪਰੀਮ ਕੋਰਟ ਚਲੇ ਜਾਂਦੇ ਨੇ। ਹੁਣ ਜੇ ਸੁਪਰੀਮ ਕੋਰਟ ਨੇ, ਸਾਡੀ ਸੁਪਰੀਮ ਪਾਵਰ ਅੱਜ ਸੁਪਰੀਮ ਕੋਰਟ ਨੇ ਆਰਡਰ ਕਰਤਾ, ਅੰਤਰਿਮ ਆਰਡਰ ਕਰਤਾ ਹੈ ਕਿ ਫੀਸਾਂ ਲੈਣੀਆਂ ਨੇ ਲੈ ਲਓ, ਅਸੀਂ ਮਨਾ ਨਹੀਂ ਕਰ ਰਹੇ। ਔਰ ਉਹਨਾਂ ਨੇ ਕਿਹਾ ਕਿ 5 ਮਾਰਚ ਤੋਂ ਲੈ ਕੇ 5 ਅਗਸਤ ਤੱਕ ਦਾ ਸਮਾਂ ਦਿੱਤਾ 6 ਕਿਸ਼ਤਾਂ 'ਚ।
ਔਰ ਉਸ ਤੋਂ ਉਹਦੇ ਵਿੱਚ ਸਪੈਸ਼ਲੀ ਇਹ ਲਿਖਿਆ ਗਿਆ ਕਿ ਕਿਸੇ ਬੱਚੇ ਦੀ ਪੜ੍ਹਾਈ ਨੂੰ ਬੁਰਾਈ ਨਹੀਂ ਕਰਨਾ, ਰੋਕਣਾ ਨਹੀਂ, ਕਿਸੇ ਦਾ ਰਿਜ਼ਲਟ ਨਹੀਂ ਰੋਕਣਾ ਜੀ, ਕਿਸੇ ਦੀ ਪ੍ਰਮੋਸ਼ਨ ਨਹੀਂ ਰੋਕਣੀ। ਹੁਣ ਉਸ ਦੇ ਬਾਵਜੂਦ ਵੀ ਸਕੂਲ ਐਸੋਸੀਏਸ਼ਨ ਆਇਆ, ਸਕੂਲ ਜਿੰਨੇ ਪ੍ਰਾਈਵੇਟ ਸਕੂਲ ਨੇ ਉਹਨੂੰ ਮੰਨਣ ਨੂੰ ਤਿਆਰ ਨਹੀਂ। ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਇਸ ਤੋਂ ਉੱਪਰਲੀ ਕਿਹੜੀ ਪਾਵਰ ਹੈ ਜਿਹਦਾ ਆਰਡਰ ਅਸੀਂ ਇਹਨਾਂ ਨੇ ਲੈ ਕੇ ਆਈਏ ਤੇ ਸਾਨੂੰ ਇਹ ਥੋੜੀ ਬਹੁਤੀ ਰਾਹਤ ਦੇਣ ਜੀ। ਸੋ ਮੈਂ ਇੱਕ ਸਵਾਲ ਕਰਾਂਗਾ ਭਗਵੰਤ ਜੀ ਕਿ ਜਿਸ ਤਰੀਕੇ ਨਾਲ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ NCERT ਜਾਂ ਸੰਬੰਧਿਤ ਬੋਰਡਾਂ ਦੀਆਂ ਕਿਤਾਬਾਂ ਹੀ ਲੱਗਣਗੀਆਂ, ਪਰ ਉਹਦੇ ਬਿਲਕੁਲ ਉਲਟ ਜਿਹੜਾ ਸਿੱਖਿਆ ਮਾਫੀਆ ਆ, ਸਕੂਲ ਮਾਫੀਆ ਜਿਹੜਾ ਹੈਗਾ, ਇਹਨਾਂ ਨੇ ਆਪਣਾ ਅਖਬਾਰਾਂ 'ਚ ਬਿਆਨ ਦਿੱਤਾ ਕਿ ਅਸੀਂ ਤਾਂ ਆਪਣੀ ਮਨਮਰਜ਼ੀ ਦੀਆਂ ਕਿਤਾਬਾਂ ਲਗਾਵਾਂਗੇ, ਅਗਰ ਸਾਨੂੰ ਉਹ ਕਿਤਾਬਾਂ ਲਗਾਉਣ ਲਈ ਮਜਬੂਰ ਕੀਤਾ ਤਾਂ ਅਸੀਂ ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਵਾਂਗੇ। ਤੁਹਾਡੀ ਗੱਲ ਕਿਤੇ ਨਾ ਕਿਤੇ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਕਿ ਪੈਰਲਲ ਸਰਕਾਰ ਚਲਾ ਰਹੇ ਨੇ। ਸਰ ਮੈਂ ਉਹੀ ਤਾਂ ਗੱਲ ਕਰ ਰਿਹਾ, ਦੇਖੋ ਕਮਦੀ ਫਿਰ ਉਹੀ ਗੱਲ ਆ ਗਈ ਨਾ, ਹਰ ਸਾਲ ਇਹੀ ਆਰਡਰ ਸਿੱਖਿਆ ਬੋਰਡ ਵੱਲੋਂ, ਐਜੂਕੇਸ਼ਨ ਸੈਕਟਰੀ ਵੱਲੋਂ ਆਉਂਦੇ ਨੇ ਕਿ ਜੀ NCERT ਦੀਆਂ ਕਿਤਾਬਾਂ ਲਾਉਣੀਆਂ ਨੇ। ਇਸ ਵਾਰ ਥੋੜਾ ਜਿਹਾ ਸਖਤ ਆਰਡਰ ਇਹ ਆਇਆ ਕਿ ਤੁਹਾਡੀਆਂ ਐਫੀਲੀਏਸ਼ਨਸ ਕੈਂਸਲ ਕਰ ਦਾਂਗੇ। ਉਹਦੇ ਵਿੱਚ ਵੀ ਇੱਕ ਗਹਿਰੀ ਸਾਜ਼ਿਸ਼ ਇਹ ਹੈ ਕਿ ਪਿਛਲੇ ਸਾਲ ਦੀਆਂ ਪਿਛਲੇ ਸੈਸ਼ਨ ਦੀਆਂ ਸਾਰੀਆਂ ਬੁੱਕਸ ਐਜ਼ ਇਟ ਇਜ਼ ਪਈਆਂ ਨੇ ਜੀ, ਫਰੈਸ਼ ਪਈਆਂ ਨੇ, ਬਹੁਤੀਆਂ ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ। ਔਰ ਉਹਨਾਂ ਨੂੰ ਇਸ ਵਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਪੁਰਾਣੀਆਂ ਬੁੱਕਸ ਉਹ ਮਾਪੇ ਆਪਸ 'ਚ ਐਕਸਚੇਂਜ ਕਰ ਲੈਣ। ਔਰ ਮੈਨੂੰ ਲੱਗ ਰਿਹਾ ਸ਼ਾਇਦ ਪ੍ਰਾਈਵੇਟ ਸਕੂਲ ਦੇ ਨਾਲ ਮਿਲ ਕੇ ਐਜੂਕੇਸ਼ਨ ਬੋਰਡ ਜਾਂ ਸਾਡੀ ਸਰਕਾਰ ਇੱਕ ਨਵੀਂ ਨੀਤੀ ਕੱਢ ਰਹੀ ਹੈ ਕਿ ਉਹ ਅਸੀਂ ਕਿਤਾਬਾਂ ਲੱਗਣ ਨਹੀਂ ਦੇਣੀਆਂ, ਕਿ ਇਸ ਵਾਰੀ NCERT ਦਾ ਸ਼ੋਸ਼ਾ ਛੱਡ ਦਿਓ ਜੀ। ਔਰ ਵੱਡੀ ਗੱਲ ਇਹ ਹੈ ਕਿ ਪ੍ਰਾਇਮਰੀ ਸੈਕਸ਼ਨ ਤੱਕ NCERT ਬੁੱਕਸ ਨਹੀਂ ਛਾਪਦੀ ਔਰ ਬਿਲਕੁਲ ਇਸ਼ੂ ਨਹੀਂ ਹੁੰਦੀਆਂ। ਔਰ ਸਭ ਤੋਂ ਵੱਡੀ ਲੋਟੀ LKG ਨਰਸਰੀ ਤੇ UKG ਤੱਕ ਹੁੰਦੀ ਹੈ। ਕਮਲ ਜੀ ਸਾਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਹੈ। ਬਿਲਕੁਲ ਜੀ। ਬੱਚਿਆਂ ਦੇ ਤਾਂ ਥੋੜੀ ਜਿਹੀ ਸ਼ਰਮ ਕਰਨ। ਆਖਿਰ ਇਹ ਸਾਡੇ ਦੇਸ਼ ਦਾ ਇਹ ਫਿਊਚਰ ਹੈ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਕਿ ਕੱਲ੍ਹ ਨੂੰ ਸਾਡੇ ਦੇਸ਼ ਦਾ ਨਾਂ ਰੋਸ਼ਨ, ਪਰ ਜੇ ਬੱਚਿਆਂ ਦੀ ਇਹ ਹਾਲ ਹੋ ਰਿਹਾ ਤੇ ਕਿੱਦਾਂ ਅਸੀਂ ਦੇਸ਼ ਦਾ ਭਵਿੱਖ ਸੰਵਾਰਾਂਗੇ। ਸੋ ਅੰਦਰ ਇੱਕ ਮਾਂ ਦੀ ਤਬੀਅਤ ਖਰਾਬ ਹੋ ਚੁੱਕੀ ਹੈ। ਮੈਂ ਸੋ ਉਹਦੇ ਉੱਥੇ ਲਈ ਪੂਰਾ ਇੰਨੀ ਕੰਪਲੈਕਸ ਦੇ problem ਵਿੱਚ ਹੋ ਅਸੀਂ ਗਈ ਹੈ ਘੁੰਮ ਕੇ ਆਏ ਆ, ਬੱਚਿਆਂ ਨੂੰ। ਪੂਰੇ ਕੰਪਲੈਕਸ ਦੇ ਵਿੱਚ ਘੁੰਮ ਕੇ ਆਏ, ਕਿਤੇ ਫਸਟ ਏਡ ਬਾਕਸ ਨਹੀਂ ਆ। ਜਿਹੜੇ ਪੁਲਿਸ ਅਧਿਕਾਰੀ ਉੱਥੇ ਖੜੇ ਸੀ ਉਹਨਾਂ ਵੱਲੋਂ ਪਾਣੀ ਦਾ ਬੂੰਦ ਤੱਕ ਨਹੀਂ ਪਿਲਾਈ ਗਈ। ਬਾਹਰੋਂ ਇੱਥੋਂ ਮਾਂ-ਬਾਪ ਜਿਹੜੇ ਪਾਣੀ ਦੀਆਂ ਬੋਤਲਾਂ ਲੈ ਕੇ ਗਏ ਨੇ, ਸੋ ਉਹਨਾਂ ਦੀ ਕਿਤੇ ਵੀ ਤਮਾਰਦਾਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈਗੀ ਹਾਲੇ ਤੱਕ। ਇਹ ਸਾਡੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਹਾਲਾਤ ਨੇ ਤੇ ਜ਼ਿਲ੍ਹੇ ਦੇ ਹਾਲਾਤ ਕੀ ਹੋਣਗੇ ਇਹ ਭਲੀ ਭਾਂਤ ਲੋਕ ਜਾਣ ਸਕਦੇ ਨੇ। ਅਸੀਂ ਜੋ ਤਸਵੀਰਾਂ ਜੀ ਅਸੀਂ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸਰ ਦੇਖੋ, ਮੇਰਾ ਨਾਮ ਭਗਵੰਤ ਸਿੰਘ ਹੈ ਜੀ, ਔਰ ਅਸੀਂ ਇੱਕ ਪੂਰੇ ਪੰਜਾਬ ਲਈ ਸਾਂਝਾ ਪੰਜਾਬ ਸਾਂਝੀ ਆਵਾਜ਼ ਇੱਕ ਮੰਚ ਬਣਾਇਆ ਹੋਇਆ ਜੀ, ਜਿਹਦੇ ਵਿੱਚ 22 ਦੇ 22 ਜ਼ਿਲ੍ਹੇ ਅਸੀਂ ਇਨਕਲੂਡ ਕੀਤੇ ਹੋਏ ਨੇ ਜੀ। ਔਰ ਕੋਸ਼ਿਸ਼ ਕਰੀਦੀ ਹੈ ਕਿ ਪੰਜਾਬ 'ਚ ਜਿੱਥੇ ਵੀ ਕਿਸੇ ਪੇਰੈਂਟ ਨੂੰ ਕੋਈ ਪ੍ਰੋਬਲਮ ਆਵੇ ਤੇ ਉਹਨਾਂ ਦਾ ਸਾਥ ਦਈਏ ਔਰ ਉਹਨਾਂ ਦੇ ਮਸਲੇ ਨੂੰ ਹੱਲ ਕਰਵਾਈਏ, ਕਿਉਂਕਿ ਅੱਜ ਪੇਰੈਂਟਸ ਬਹੁਤ ਪਰੇਸ਼ਾਨ ਨੇ ਕੋਵਿਡ ਕਰਕੇ। ਫਾਈਨੈਂਸ਼ੀਅਲੀ ਸਭ ਦੀ ਪੋਜੀਸ਼ਨ ਖਰਾਬ ਹੋਈ ਦੀ ਹੈ ਜੀ। ਕੋਰਟ ਦੇ ਆਰਡਰ ਆ ਰਹੇ ਨੇ, ਪ੍ਰਾਈਵੇਟ ਸਕੂਲ ਖੁਦ ਆਰਡਰ ਕਰਵਾ ਰਹੇ ਨੇ, ਖੁਦ ਹੀ ਉਹਨੂੰ ਫੋਲੋ ਨਹੀਂ ਕਰ ਰਹੇ ਜੀ। ਸੋ ਅੱਜ ਉਸੇ ਸਿਲਸਿਲੇ 'ਚ ਜਲੰਧਰ ਪਹੁੰਚੇ ਹੋਏ ਹਾਂ ਜੀ। ਜਲੰਧਰ DC ਸਾਹਿਬ ਨੂੰ ਕੱਲ੍ਹ ਦਾ ਇੰਟੀਮੇਟ ਕੀਤਾ ਹੋਇਆ ਕਿ ਤੁਹਾਨੂੰ ਇੱਕ ਮੈਮੋਰੈਂਡਮ ਦੇਣਾ ਜੀ, ਪੇਰੈਂਟਸ ਨੇ ਕੰਪਲੇਂਟਸ ਦੇਣੀਆਂ ਨੇ ਆਪਣੀਆਂ। ਔਰ ਕਿੰਨੀ ਹੈਰਾਨੀ ਦੀ ਗੱਲ ਹੈ, ਹੁਣੇ ਤੋਂ ਅੱਧਾ ਘੰਟਾ ਪਹਿਲਾਂ DC ਸਾਹਿਬ ਬੈਠੇ ਸੀ ਔਰ ਉਹਨਾਂ ਨੇ ਖੁਦ ਇੱਕ ਆਪਣੇ ਰੀਡਰ ਸਾਹਿਬ ਨੂੰ ਭੇਜਿਆ ਕਿ ਸਿਰਫ ਤੇ ਸਿਰਫ 5 ਪੇਰੈਂਟਸ ਅੰਦਰ ਆ ਜਾਣ। ਵੈਸੇ ਤਾਂ ਜਲੰਧਰ ਦੇ ਸਾਰੇ ਪੇਰੈਂਟਸ ਇਕੱਠੇ ਹੋਏ ਨੇ, 400 ਦੇ ਕਰੀਬ ਪੇਰੈਂਟਸ ਬਾਹਰ ਬੈਠੇ ਨੇ ਔਰ 5 ਬੰਦੇ 5 ਮਿੰਟ 'ਚ ਹੀ 1.5 ਮਿੰਟ ਬਾਅਦ ਅੰਦਰ ਆਉਂਦੇ ਨੇ ਔਰ 1.5 ਮਿੰਟ ਬਾਅਦ DC ਸਾਹਿਬ ਦਾ ਸੁਨੇਹਾ ਹੁੰਦਾ ਕਿ DC ਸਾਹਿਬ ਤੋਂ ਉੱਠ ਕੇ ਚਲੇ ਗਏ ਜੀ। ਸੋ ਬੜੀ ਕਿੰਨੀ ਇੱਕ ਹੈਰਾਨੀ ਦੀ ਗੱਲ ਹੈ, ਐਡਾ ਕਿਹੜਾ ਕਿ ਐਮਰਜੈਂਸੀ DC ਸਾਹਿਬ ਨੂੰ ਕੰਮ ਪੈ ਗਿਆ। ਸੋ ਬੜਾ ਨਮੋਸ਼ੀ ਵਾਲੀ ਗੱਲ ਹੈ ਜੀ DC ਸਾਹਿਬ ਵਾਸਤੇ। ਸਰ ਇਹ ਗੱਲ ਕੀਤੀ ਜਾਵੇ ਪੰਜਾਬ 'ਚ ਬਾਕੀ ਸ਼ਹਿਰਾਂ 'ਚ ਵੀ ਇਹੀ ਹਾਲ ਆ। ਦੇਖੋ ਜੀ, ਬਾਕੀ ਸ਼ਹਿਰਾਂ 'ਚ ਵੀ ਬੁਰਾ ਹਾਲ ਹੈ ਜੀ। ਮੈਂ ਲੁਧਿਆਣੇ ਤੋਂ ਆਇਆ ਅੱਜ। ਲੁਧਿਆਣੇ ਵੀ ਸਾਡੇ ਕੁਝ ਸਕੂਲਾਂ ਨੇ ਬੱਚਿਆਂ ਦੇ ਰਿਜ਼ਲਟ ਰੋਕ ਲਏ ਨੇ, ਜਦ ਕਿ ਸੁਪਰੀਮ ਕੋਰਟ ਦੇ ਐਂਟਰੀ ਆਰਡਰ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਕਿਸੇ ਬੱਚੇ ਦੀ ਫੀਸ ਆਈ ਹੈ ਚਾਹੇ ਨਹੀਂ ਆਈ, ਫਿਰ ਵੀ ਕਿਸੇ ਬੱਚੇ ਦਾ ਰਿਜ਼ਲਟ ਨਹੀਂ ਰੋਕਣਾ, ਉਹਨੂੰ ਪ੍ਰਮੋਟ ਕਰਨ ਤੋਂ ਨਹੀਂ ਰੋਕਣਾ, ਨਾ ਉਹਦੀ ਆਨਲਾਈਨ ਕਲਾਸਿਸ ਜਾਂ ਆਫਲਾਈਨ ਕਲਾਸਿਸ ਤੋਂ ਉਹਨੂੰ ਵਾਂਝਾ ਰੱਖਣਾ ਹੈ ਜੀ। ਲੇਕਿਨ ਇਹ ਦੇਖੋ, ਇਹ ਫੈਸਲਾ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਕਰਵਾ ਕੇ ਆਉਂਦੀ ਹੈ ਔਰ ਖੁਦ ਉਹਨੂੰ ਫੋਲੋ ਨਹੀਂ ਕਰਦੇ। ਹੁਣ ਉਹਨਾਂ ਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਗਜੀਤ ਸਿੰਘ ਧੂਰੀ ਜੀ। ਜਗਜੀਤ ਸਿੰਘ ਧੂਰੀ ਜੀ ਇੱਕ ਸਪੈਸ਼ਲੀ ਲੈਟਰ ਲਿਖਦੇ ਨੇ ਪੰਜਾਬ ਦੇ ਸਾਰੇ DOs ਨੂੰ, ਸੀਨੀਅਰ ਸੈਕੰਡਰੀ ਵਾਲੇ ਨੂੰ ਤੇ ਐਲੀਮੈਂਟਰੀ DOs ਨੂੰ ਵੀ, ਕਿ ਜੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਨੂੰ ਇਨਵੈਨ ਲਾਗੂ ਕਰਵਾਓ ਜੀ ਤੁਸੀਂ। ਔਰ ਉਹ ਪ੍ਰਧਾਨ ਸਾਹਿਬ ਦੇ ਲੈਟਰ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲ ਧੱਕਾ ਕਰੀ ਜਾਂਦੇ ਜੀ ਪੇਰੈਂਟਸ ਨਾਲ ਔਰ ਸਕੂਲ ਬੱਚਿਆਂ ਦੇ ਰਿਜ਼ਲਟ ਰੋਕ ਰਹੇ ਨੇ। ਔਰ ਉਹਨਾਂ ਦੇ ਅਸੀਂ ਲੁਧਿਆਣੇ ਦੇ 11 ਸਕੂਲਾਂ ਦੇ ਖਿਲਾਫ ਇੱਕ DO ਸਾਹਿਬ ਨੂੰ ਕੰਪਲੇਂਟ ਦਿੱਤੀ ਸੀ। ਅੱਜ ਉਹਨਾਂ ਨੇ ਪ੍ਰਾਈਵੇਟ ਸਕੂਲ ਦੇ ਰਿਪਰੈਜ਼ੈਂਟੇਟਿਵਸ ਨੂੰ ਬੁਲਾਇਆ ਕਿ ਤੁਸੀਂ ਆਪਣਾ ਸਪਸ਼ਟੀਕਰਨ ਦੇ ਕੇ ਜਾਓ ਜੀ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਅੱਜ ਉਹ 11 ਵਜੇ ਦਾ ਉਹਨਾਂ ਦਾ ਟਾਈਮ ਸੀਗਾ, ਮੇਬੀ ਸ਼ਾਇਦ ਉਹਨਾਂ ਦੀ ਮੀਟਿੰਗ ਹਜੇ ਚੱਲਦੀ ਹੋਵੇ ਤੇ ਉਹਨਾਂ ਨੂੰ ਮੈਂ ਇੱਕ ਅੱਜ ਮੈਮੋਰੈਂਡਮ ਵੀ ਦੇ ਕੇ ਆਇਆ ਸੀ ਆਪਦੀ ਐਸੋਸੀਏਸ਼ਨ ਵੱਲੋਂ ਕਿ ਜੀ ਤੁਸੀਂ DO ਸਾਹਿਬ
ਆਪਣੇ ਵੱਲੋਂ ਇੱਕ ਰਿਟਰਨ ਚ ਗਾਈਡਲਾਈਨਸ ਜਾਰੀ ਕਰੋ ਜੀ ਕਿ ਜਿਹੜੀਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਉਹਨੂੰ ਇਹਨਾਂ ਨੂੰ ਲਾਗੂ ਕੀਤਾ ਜਾਵੇ। ਅਗਰ ਨਹੀਂ ਕਰਦੇ ਪ੍ਰਾਈਵੇਟ ਸਕੂਲ ਤਾਂ ਉਹਨਾਂ ਤੇ ਮੈਂ ਸਖਤ ਐਕਸ਼ਨ ਲੈਂਦੇ ਹੋਏ ਐਫੀਲੀਏਸ਼ਨ ਤੇ ਐਨਓਸੀ ਰੱਦ ਕਰਨ ਲਈ ਤੁਹਾਡੀ ਸਕੂਲ ਦੇ ਐਨਓਸੀ ਤੇ ਐਫੀਲੀਏਸ਼ਨ ਰੱਦ ਕਰਨ ਲਈ ਸਰਕਾਰ ਨੂੰ ਸਿਫਾਰਿਸ਼ ਕਰਾਂਗਾ। ਸਰ ਜਿਹੜੇ ਮਾਪੇ ਕਾਫੀ ਸਾਲਾਂ ਤੋਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਆ ਔਰ ਫੀਸ ਦੇਣ 'ਚ ਸક્ષਮ ਨਹੀਂ ਹੈਗੇ ਕਿ ਉਹ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲਾਂ 'ਚ ਪਾ ਸਕਦੇ ਆ। ਸੁਪਰੀਮ ਕੋਰਟ ਸਿਰਫ ਪਾ ਸਕਦੇ, ਮੈਂ ਨਹੀਂ ਕਹਿੰਦਾ ਪਾ ਸਕਦੇ। ਟੀਸੀ ਵਗੈਰਾ ਦੀ ਦਿੱਕਤ ਆਉਂਦੀ ਹੈ। ਟੀਸੀ ਦੀ ਗੱਲ ਸੁਣ ਲਓ ਜੀ, ਟੀਸੀ ਪੰਜਾਬ ਸਰਕਾਰ ਨੇ ਕਿਹਾ ਕਿ ਕਿਸੇ ਟੀਸੀ ਦੀ ਜ਼ਰੂਰਤ ਨਹੀਂ ਹੈਗੀ। ਔਰ ਜਿਹੜੀ ਮੈਂ ਜਗਜੀਤ ਸਿੰਘ ਧੂਰੀ ਦੇ ਹੁਣੇ ਲੈਟਰ ਦੀ ਗੱਲ ਕੀਤੀ ਹੈ, ਉਹਦੇ 'ਚ ਸਪੈਸ਼ਲੀ ਉਹਨਾਂ ਨੇ ਇੱਕ ਗੱਲ ਹੋਰ ਮੈਂਸ਼ਨ ਕੀਤੀ ਹੈ ਕਿ ਸਰਕਾਰੀ ਸਕੂਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਜੀ ਉਹ ਵਿਦਆਊਟ ਟੀਸੀ ਕਿਸੇ ਬੱਚੇ ਦਾ ਦਾਖਲਾ ਨਾ ਕਰਨ। ਉਹ ਮੈਂ ਪੁੱਛਣਾ ਜਗਜੀਤ ਸਿੰਘ ਧੂਰੀ ਜੀ ਨੂੰ, ਤੁਸੀਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਹੋ, ਤੁਸੀਂ ਸਰਕਾਰ ਨੂੰ ਕਿਵੇਂ ਆਰਡਰ ਕਰ ਸਕਦੇ ਹੋ, ਕਿਵੇਂ ਇਹ ਗੱਲ ਕਹਿ ਸਕਦੇ ਹੋ? ਇਹ ਸਰਕਾਰ ਦੀ ਮਰਜ਼ੀ ਹੈ, ਉਹਨਾਂ ਨੇ ਟੀਸੀ ਲੈ ਕੇ ਦਾਖਲ ਕਰਨਾ ਜਾਂ ਨਹੀਂ ਦਾਖਲ ਕਰਨਾ, ਸਰਕਾਰ ਦੀ ਪਾਲਿਸੀਜ਼ ਹੁੰਦੀਆਂ ਨੇ। ਹੁਣ ਤੁਸੀਂ ਇੱਕ ਗੱਲ ਕੀਤੀ ਕਿ ਪੇਰੈਂਟਸ ਫੀਸ ਦੇਣ ਤੋਂ ਸક્ષਮ ਨਹੀਂ ਹੈਗੇ। ਮੈਂ ਇਹ ਪੁੱਛਣਾ ਚਾਹੁੰਦਾ, ਕਈ ਪੇਰੈਂਟਸ ਦੇ ਬੱਚੇ 12-12 14-14 ਸਾਲ ਤੋਂ ਪੜ੍ਹ ਰਹੇ ਨੇ ਜੀ, ਔਰ ਹਰ ਸਾਲ ਉਹ ਪ੍ਰੋਪਰ ਫੀਸਾਂ ਦਿੰਦੇ ਰਹੇ ਨੇ। ਇਸ ਵਾਰ ਕੋਵਿਡ ਦੇ ਕਾਰਨ ਪਿਛਲੇ ਸਾਲ 19-20-21 ਦੀਆਂ ਫੀਸਾਂ ਨਹੀਂ ਦੇ ਪਾ ਰਹੇ। ਔਰ ਸੁਪਰੀਮ ਕੋਰਟ ਦੇ ਅੰਤਰਿਮ ਆਰਡਰ ਦੇ ਵਿੱਚ ਇੱਕ ਗੱਲ ਹੋਰ ਸਾਫ਼ ਲਿਖੀ ਹੋਈ ਹੈ ਕਿ ਅਗਰ ਕੋਈ ਪੇਰੈਂਟਸ ਫੀਸ ਦੇਣ ਦੇ ਸક્ષਮ ਨਹੀਂ ਹੈਗਾ, ਉਹ ਨਹੀਂ ਕਲੀਅਰ ਕਰ ਸਕਦਾ, ਤਾਂ ਉਹ ਸਕੂਲ ਨੂੰ ਇੱਕ ਲੈਟਰ ਲਿਖੂਗਾ ਔਰ ਸਕੂਲ ਸਿੰਪੈਥੈਟਿਕਲੀ ਉਸ ਚੀਜ਼ ਨੂੰ ਕੰਸੀਡਰ ਕਰਕੇ ਉਸ ਪੇਰੈਂਟ ਨੂੰ ਕੰਸੈਸ਼ਨ ਦੇਣ ਲਈ ਕੋਈ ਆਪਣੀ ਸਹਿਮਤੀ ਮੈਨੇਜਮੈਂਟ ਬਣਾ ਲਊਗੀ ਔਰ ਕੰਸੈਸ਼ਨ ਦਊਗੀ। ਲੇਕਿਨ ਉਹ ਚੀਜ਼ਾਂ ਦੇ ਗੌਰ ਕਰਨ ਦੀ ਬਜਾਏ ਪੇਰੈਂਟਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਫੀਸਾਂ ਦਿਓ ਜੀ, ਅਦਰਵਾਈਜ਼ ਤੁਹਾਡੇ ਬੱਚੇ ਦਾ ਰਿਜ਼ਲਟ ਰੋਕ ਲਾਂਗੇ, ਤੁਹਾਡੇ ਬੱਚੇ ਨੂੰ ਅਗਲੀ ਕਲਾਸ 'ਚ ਨਹੀਂ ਭੇਜਾਂਗੇ। ਔਰ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ, ਮੈਂ ਉਹਨਾਂ ਨੂੰ ਖਾਸ ਕਰਕੇ, ਮੇਰੇ ਮਨ 'ਚ ਬਹੁਤ ਗੁੱਸਾ ਇਸ ਚੀਜ਼ ਲਈ। ਅੱਜ ਮੈਂ ਇੱਕ ਫੇਸਬੁੱਕ ਤੇ ਪੋਸਟ ਵੀ ਪਾਈ ਹੈ ਕਿ ਸਮਾਜ ਸੇਵੀ ਸੰਸਥਾਵਾਂ ਆ ਛੋਟਾ ਮੋਟਾ ਮਲੋਟ ਕਾਂਡ ਹੁੰਦਾ, ਉਹਦੀਆਂ ਜਿੰਨੇ ਵੀ ਲੋਕਾਂ ਤੇ 307 ਦਾ ਪਰਚਾ ਹੁੰਦਾ, ਉਹਨਾਂ ਦੀਆਂ ਜ਼ਮਾਨਤਾਂ ਲਈ ਅੱਜ ਸਾਰਾ ਵਕੀਲ ਭਾਈਚਾਰਾ ਉਹਨਾਂ ਨਾਲ ਖੜਨ ਨੂੰ ਤਿਆਰ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਤੁਹਾਨੂੰ ਸਿੱਖਿਆ ਵਾਲਾ ਸਿਸਟਮ ਨਜ਼ਰ ਨਹੀਂ ਆਉਂਦਾ? ਸਿੱਖਿਆ 'ਚ ਲੋਕਾਂ ਨਾਲ ਧੱਕਾ ਹੋ ਰਿਹਾ ਕਿ ਉਹਨਾਂ ਵਕੀਲ ਸਾਹਿਬ ਦੇ ਬੱਚੇ ਨਹੀਂ ਕਿਤੇ ਪੜ੍ਹਦੇ, ਆ ਸਾਡੇ ਨਾਲ ਵਕੀਲ ਸਾਹਿਬ ਕਿੰਨੇ ਬੈਠੇ ਨੇ। ਬੜਾ ਮਾਣ ਮਹਿਸੂਸ ਹੁੰਦਾ ਜੀ ਜਦੋਂ ਕਿ ਜੁਡੀਸ਼ਰੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ, ਜਿਨ੍ਹਾਂ ਨੂੰ ਸਾਡੇ ਤੋਂ ਜ਼ਿਆਦਾ ਪਤਾ ਹੈ ਜੀ, ਉਹ ਲੋਕ ਸਾਡਾ ਸਾਥ ਦਿੰਦੇ ਨੇ, ਤੇ ਫਿਰ ਵੀ ਪ੍ਰਬੰਧਕ ਜਿੰਨੇ ਨੇ, ਡੀਸੀ ਸਾਹਿਬ ਨੇ ਜਾਂ ਐਡਮਿਨਿਸਟ੍ਰੇਸ਼ਨ ਹੈ, ਡੀਓ ਨੇ, ਉਹ ਫਿਰ ਇਸ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ। ਪਰ ਇੱਥੇ ਕਿਤੇ ਨਾ ਕਿਤੇ ਦੇਖੋ, ਮੈਂ ਇੱਕ ਲਾਸਟ ਗੱਲ ਇਹ ਕਹਿ ਦਿੰਦਾ ਕਿ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ 'ਚ ਫਰਕ ਹੈ ਜੀ। ਮਤਲਬ ਬੇਟੀ ਬਚਾਓ ਬੇਟੀ ਪੜ੍ਹਾਓ ਵਾਲਾ ਸਿਸਟਮ ਦੇਖ ਲਓ ਜੀ। ਮੇਰੇ ਕੋਲੇ ਕਈ ਇਹੋ ਜਿਹੇ ਪੇਰੈਂਟਸ ਆਉਂਦੇ ਜਿਨ੍ਹਾਂ ਦੀਆਂ 2-2 ਬੇਟੀਆਂ ਨੇ, ਸਿਰਫ ਓਨਲੀ 2 ਬੇਟੀਆਂ ਨੇ, ਔਰ ਉਹਨਾਂ ਨੂੰ ਫੀਸ 'ਚ ਕੋਈ ਕੰਸੈਸ਼ਨ ਨਹੀਂ ਦਿੱਤਾ ਜਾਂਦਾ। ਉਹਨਾਂ ਨੂੰ ਧੱਕੇ ਨਾਲ ਬੇਟੀਆਂ ਨੂੰ ਕਿਹਾ ਜਾਂਦਾ ਪੂਰੀ ਫੀਸ ਜਮ੍ਹਾਂ ਕਰਾਓ, ਨਹੀਂ ਤੁਹਾਡੇ ਰਿਜ਼ਲਟ ਰੋਕ ਲਾਂਗੇ। ਕਿਹੜਾ ਪ੍ਰਸ਼ਾਸਨ ਉਸ ਚੀਜ਼ ਨੂੰ ਫੋਲੋ ਕਰ ਰਿਹਾ? ਸਿਰਫ ਪਾਲਿਸੀਜ਼ ਸਿਰਫ ਨਾਮ ਲਈ ਬਣਦੀਆਂ ਨੇ, ਪੇਪਰ ਵਰਕ ਲਈ ਬਣਦੀਆਂ ਨੇ, ਕਾਗਜ਼ਾਂ 'ਚ। 25% ਕੋਟਾ EWS ਲਈ CBSE ਨੇ ਨਿਰਧਾਰਿਤ ਕੀਤਾ ਹੋਇਆ ਜੀ। CBSE ਨੇ 25% EWS ਹੈ, ਇਕਨੋਮਿਕਲ ਵੀਕਰ ਸੈਕਸ਼ਨ ਹੈ ਜੀ। ਉਹਦੇ 'ਚ ਕੋਈ ਵੀ ਪ੍ਰਾਈਵੇਟ ਸਕੂਲ ਹੈ, ਚਾਹੇ ਸਰਕਾਰੀ ਸਕੂਲ ਹੈ, ਪ੍ਰਾਈਵੇਟ ਸਕੂਲ ਨੂੰ 25% ਜਿਹੜੇ ਸਟੂਡੈਂਟ ਦੀ ਸਟਰੈਂਥ ਹੈ ਉਹ EVS ਕੋਟੇ 'ਚ ਫਿਲ ਕਰਨੀ ਪੈਣੀ ਹੈ। ਔਰ ਇੱਕ ਵੀ ਸਕੂਲ ਇੱਕ ਵੀ ਬੱਚੇ ਦੀ EWS 'ਚ ਕੋਟੇ 'ਚ ਭਰਤੀ ਨਹੀਂ ਕਰਦਾ। ਕਾਰਨ ਕੀ ਹੈ? ਉਹਦੀਆਂ ਫਾਰਮੈਲਿਟੀਜ਼ ਅਜੀਬ ਨੇਗੀਆਂ, ਤੁਸੀਂ DO ਤੋਂ ਲਿਖਾ ਕੇ ਲੈ ਕੇ ਆਓ ਜੀ। ਔਰ ਮੈਂ ਇੱਕ ਲੈਟਰ ਪਾ ਕੇ CBSE ਤੋਂ ਇਹ ਪੁੱਛਿਆ ਕਿ ਜੀ ਤੁਸੀਂ ਇਹ ਦੱਸੋ ਕਿਹੜੇ ਕਿਹੜੇ ਪ੍ਰਾਈਵੇਟ ਸਕੂਲ ਨੇ ਅੰਡਰ EWS ਦੇ 25% ਕੋਟੇ 'ਚ ਕਿੰਨੇ ਬੱਚੇ ਭਰਤੀ ਕੀਤੇ ਹੈ ਜੀ। ਰਿਐਲਿਟੀ ਕੀ ਸਾਹਮਣੇ ਆਈ? ਰਿਐਲਿਟੀ ਦੇਖੋ ਜੀ, ਉਹਦੇ ਵਿੱਚ ਮੈਨੂੰ RTE 'ਚ ਆਨਸਰ ਕੀ ਦਿੰਦੀ ਹੈ CBSE ਕਿ ਸਾਡਾ ਇਸ ਮਸਲੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਮੈਂ 2000 ਅੱਜ 7 ਸਾਲ ਹੋ ਗਏ, 2009 'ਚ ਇੱਕ 20/545 ਦੀ ਪਟੀਸ਼ਨ ਲੱਗੀ ਸੀ ਔਰ ਜਿਹਦਾ ਫੈਸਲਾ ਆਇਆ ਸੀ 2013 'ਚ। ਔਰ ਉਸ ਪਟੀਸ਼ਨ ਦੇ ਵਿੱਚ CBSE ਦੇ ਡਾਇਰੈਕਟਰ ਨੇ ਇੱਕ ਐਫੀਡੇਵਿਟ ਦਿੱਤਾ ਜੀ ਰਿਟਨ 'ਚ ਕਿ ਅਸੀਂ 25% ਕੋਟਾ ਜਿਹੜਾ EWS ਦਾ ਉਹਨੂੰ ਲਾਗੂ ਕਰਾਉਣ ਲਈ ਸਾਰੇ ਸਕੂਲਾਂ ਨੂੰ ਚਿੱਠੀਆਂ ਲਿਖਤੀਆਂ ਨੇ ਔਰ ਰਿਟਨ 'ਚ ਉਹ ਦੇ ਰਹੇ ਤੇ, ਔਰ ਮੈਨੂੰ RTE 'ਚ ਕਹਿ ਰਹੇ ਸਾਡਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੇਕਿਨ ਪੰਜਾਬ ਸਰਕਾਰ, ਮੈਂ ਇੱਕ ਇੱਥੇ ਤਾਰੀਫ ਕਰੂੰਗਾ ਪੰਜਾਬ ਸਰਕਾਰ ਦੀ ਕਿ ਪੰਜਾਬ ਸਰਕਾਰ 'ਚ ਜਿਹੜੇ ਐਜੂਕੇਸ਼ਨ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ, ਉਹਨਾਂ ਨੇ ਪਿਛਲੇ 2 ਸਾਲ ਤੋਂ ਬਹੁਤ ਸਖਤ ਮਿਹਨਤ ਕੀਤੀ ਹੈ ਜੀ ਔਰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਧਰ ਉਹਨਾਂ ਨੇ ਉੱਚਾ ਕੀਤਾ ਹੈ। ਔਰ ਕੋਵਿਡ ਤੋਂ ਬਾਅਦ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਤਕਰੀਬਨ 3 ਲੱਖ ਬੱਚਾ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ 'ਚ ਦਾਖਲਾ ਲੈਣ ਲੈ ਰਿਹਾ। ਸਮਾਰਟ ਸਕੂਲ ਬਣ ਰਹੇ ਨੇ ਜੀ, ਉਹ ਕੋਸ਼ਿਸ਼ ਕਰ ਰਹੀ ਹੈ, ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ। ਤੇ ਮੈਂ ਪੇਰੈਂਟਸ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਦੇ ਇਲਾਕੇ ਦੇ ਨੇੜੇ ਤੇੜੇ ਦੇ ਜਿਹੜੇ ਵੀ ਸਰਕਾਰੀ ਸਕੂਲ ਉਹਨਾਂ ਨੂੰ ਵਿਜ਼ਿਟ ਕਰੋ।